ਬੱਚੇ ਅੱਜ ਆਪਾਂ ਚੈਪਟਰ ਨੈਕਸਟ ਸ਼ੁਰੂ ਕਰਨਾ ਹੈ। ਪਹਿਲਾਂ ਆਪਾਂ ਕੀਤਾ ਸੀ ਮੀਨਿੰਗ ਆਫ ਦੀ ਡੈਮੋਕ੍ਰੇਸੀ, ਵਟ ਆਰ ਦੇ ਮੈਰਿਟਸ ਐਂਡ ਡੀਮੈਰਿਟਸ ਆਫ ਦੀ ਡੈਮੋਕ੍ਰੇਸੀ, ਟਾਈਪਸ ਆਫ ਦੀ ਡੈਮੋਕ੍ਰੇਸੀ। ਨਾਓ ਵੀ ਆਰ ਡਿਸਕਸ ਅਬਾਊਟ ਦੀ ਲੀਡ ਥਿਓਰੀ ਆਫ ਦੀ ਡੈਮੋਕ੍ਰੇਸੀ, ਲੋਕਤੰਤਰ ਦਾ ਵਿਸ਼ਿਸ਼ਟ ਵਰਗੀ ਦਾ ਸਿਧਾਂਤ। ਸਭ ਤੋਂ ਪਹਿਲਾਂ ਬੇਟਾ ਇਸ ਨੂੰ ਪੜ੍ਹਨ ਤੋਂ ਪਹਿਲਾਂ ਜਿਹੜਾ ਇਹਦੀ ਬਾਰੇ ਲੋਕਤੰਤਰ ਬਾਰੇ ਜਿਹੜੀਆਂ 3 ਟਾਈਪ ਦੀਆਂ ਥਿਓਰੀਜ਼ ਨੇ। ਨੰਬਰ 1 ਦੇਰ ਇਜ਼ ਦ ਕਲਾਸਿਕਲ ਲਿਬਰਲ ਥਿਓਰੀ, second is the elite theory of the democracy, and third one is the Marxist theory of the democracy। अगर ਆਪਾਂ ਪੰਜਾਬੀ ਚ ਗੱਲ ਕਰੀਏ ਤਾਂ ਲੋਕਤੰਤਰ ਦਾ ਪਰੰਪਰਾਵਾਦੀ ਉਦਾਰਵਾਦੀ ਸਿਧਾਂਤ, ਲੋਕਤੰਤਰ ਦਾ ਵਿਸ਼ਿਸ਼ਟ ਵਰਗੀ ਸਿਧਾਂਤ ਤੇ ਲੋਕਤੰਤਰ ਦਾ ਮਾਰਕਸਵਾਦੀ ਸਿਧਾਂਤ। ਸੋ ਅੱਜ ਆਪਾਂ ਸੈਕੰਡ ਵਨ ਕਰਨਾ ਹੈ ਦ ਐਲੀਟ ਥਿਓਰੀ ਆਫ ਦੀ ਮਾਰਕਸਿਸਟ, ਯਾਨੀ ਕਿ ਲੋਕਤੰਤਰ ਦਾ ਵਿਸ਼ਿਸ਼ਟ ਵਰਗ ਦਾ ਸਿਧਾਂਤ। ਸਭ ਤੋਂ ਪਹਿਲਾਂ ਬੇਟਾ ਵਿਸ਼ਿਸ਼ਟ ਵਰਗ ਹੁੰਦਾ ਕੀ ਹੈ, ਇਸ ਦੇ ਬਾਰੇ ਆਪਾਂ ਪਤਾ ਕਰਨਾ ਹੈ। ਵਿਸ਼ਿਸ਼ਟ ਵਰਗ, ਜਿਸ ਨੂੰ ਅੰਗਰੇਜ਼ੀ ਭਾਸ਼ਾ ਦੇ ਵਿੱਚ ਐਲੀਟ ਕਿਹਾ ਜਾਂਦਾ ਹੈ, ਐਲੀਗਟ ਦੇ ਨਾਂ ਦੇ ਸ਼ਬਦਾਂ ਤੋਂ ਨਿਕਲਿਆ ਹੈ, ਜਿਸ ਦਾ ਅਰਥ ਹੈ ਪਸੰਦ ਦੁਆਰਾ ਚੋਣ, ਯਾਨੀ ਕਿ ਸਿਲੈਕਸ਼ਨ ਬਾਈ ਦੀ ਚੋਇਸ। ਯਾਨੀ ਕਿ ਇਹ ਰਾਜਨੀਤਿਕ ਦਲ ਜਿਹੜਾ ਹੈਗਾ, ਇਹ ਰਾਜਨੀਤੀ ਦਾ ਵਿਸ਼ਿਸ਼ਟ ਵਰਗ ਉਹ ਵਰਗ ਹੈ ਜਿਸ ਨੂੰ ਜਿਹੜਾ ਹੈਗਾ ਨੇਤਾਵਾਂ ਦੁਆਰਾ ਬਹੁਤ ਪਸੰਦ ਕੀਤਾ ਜਾਂਦਾ ਹੈ। ਠੀਕ ਹੈ, ਉਹ ਕਿਉਂ ਕੀਤਾ ਜਾਂਦਾ ਹੈ ਉਹ ਆਪਾਂ ਨੈਕਸਟ ਪੜ੍ਹਦੇ ਹਾਂ। ਤੁਸੀਂ ਜਿਹੜਾ ਇਹਦਾ ਮੀਨਿੰਗ ਲਿਖਣਾ, ਇਹ ਤਾਂ ਵਰਡ ਹੈ ਨਾ ਬੇਟਾ, ਓਰੀਜਨ ਆਫ ਦੀ ਵਰਡ। ਇਸ ਤੋਂ ਬਾਅਦ ਤੁਸੀਂ ਇੱਥੋਂ ਸ਼ੁਰੂ ਕਰਨਾ ਹੈ ਕਿ ਹਰ ਸਮਾਜ ਵਿੱਚ ਇੱਕ ਅਜਿਹਾ ਵਰਗ ਹੁੰਦਾ ਹੈ ਜੋ ਗਿਣਤੀ ਦੇ ਵਿੱਚ ਭਾਵੇਂ ਛੋਟਾ ਹੁੰਦਾ ਹੈ, ਪਰੰਤੂ ਉਸ ਦਾ ਰਾਜਨੀਤਿਕ ਸ਼ਕਤੀ ਤੇ ਕੰਟਰੋਲ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਹੁੰਦਾ ਹੈ। ਮੀਨਸ ਵਿਸ਼ਿਸ਼ਟ ਵਰਗ ਬੇਟਾ ਇੱਕ ਇਹੋ ਜਿਹਾ ਗਰੁੱਪ ਹੁੰਦਾ ਹੈ, ਇਹੋ ਜਿਹਾ ਵਰਗ ਹੁੰਦਾ ਹੈ ਜਿਹਦੀ ਗਿਣਤੀ ਭਾਵੇਂ ਛੋਟੀ ਹੈ, ਲੇਕਿਨ ਉਹ ਪੋਲੀਟਿਕਸ ਦੇ ਵਿੱਚ ਪੂਰੀ ਤਰ੍ਹਾਂ ਇਨਵੋਲਵ ਹੁੰਦਾ ਹੈ ਔਰ ਡਾਇਰੈਕਟ ਔਰ ਇਨਡਾਇਰੈਕਟ ਤਰੀਕੇ ਦੇ ਨਾਲ ਜਿਹੜੀ ਪੋਲਿਸੀਜ਼ ਹੁੰਦੀਆਂ ਨੇ ਜਾਂ ਜਿਹੜੀਆਂ ਨੀਤੀਆਂ ਹੁੰਦੀਆਂ ਨੇ, ਕਾਨੂੰਨ ਹੁੰਦੇ ਨੇ, ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਪ੍ਰਭਾਵਿਤ ਜਾਂ ਬਹੁਤ ਵਧੇਰੇ ਜਿਹੜਾ ਹੈਗਾ ਉਹ ਪ੍ਰਭਾਵਿਤ ਕਰਦਾ ਹੈ। ਸੋ ਵਿਸ਼ਿਸ਼ਟ ਵਰਗ, ਜਿਸ ਤਰ੍ਹਾਂ ਸਪੋਜ਼ ਕਰੋ ਕੋਈ ਫਿਲਮ ਸਟਾਰ ਹੈ, ਕੋਈ ਵੱਡਾ ਬਿਜ਼ਨਸਮੈਨ ਹੈ, ਕੋਈ ਹੋਰ ਹੈ, ਕੋਈ ਕ੍ਰਿਕਟਰ ਹੈ, ਕੋਈ ਬਾਲੀਵੁੱਡ ਇੰਡਸਟਰੀਜ਼ ਹੈ। ਸੋ ਇਹ ਸਾਰੇ ਜਿਹੜੇ ਲੋਕੀ ਨੇ, ਜਿਹੜੇ ਵੱਡੇ ਵੱਡੇ ਇੰਡਸਟਰੀਜ਼ ਨੇ, ਜਿਹੜੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਰਾਜਨੀਤਿਕ ਪਾਰਟੀਆਂ ਦੀ ਮਦਦ ਕਰਦੇ ਨੇ, ਰਾਜਨੀਤਿਕ ਪਾਰਟੀਆਂ ਦੀਆਂ ਜਿਹੜਾ ਹੈਗਾ ਉਹਨਾਂ ਨੂੰ ਕੋਈ ਨਾ ਕੋਈ ਸਪੋਰਟ ਕਰਦੇ ਰਹਿੰਦੇ ਨੇ, ਦੈਟ ਇਜ਼ ਕਾਲਡ ਅ ਐਲੀਟ ਵਰਗ। ਸਮਝ ਆ ਗਈ? ਸੋ ਇਹਦਾ ਇੱਕ ਐਗਜ਼ਾਮਪਲ ਇਹਦਾ ਚਾਰਟ ਦੁਆਰਾ ਸਮਝਦੇ ਹਾਂ ਆਪਾਂ। ਪ੍ਰੈਟੋ ਦੇ ਅਨੁਸਾਰ ਸੁਸਾਇਟੀ ਜਿਹੜੀ ਹੈਗੀ ਉਹ 2 ਤਰੀਕੇ ਦੀ ਹੁੰਦੀ ਹੈ। ਠੀਕ ਹੈ, ਹੇਠਲਾ ਵਰਗ ਤੇ ਉੱਪਰਲਾ ਵਰਗ, ਲੋਅਰ ਸਟੈਟਰਮ ਐਂਡ ਦ ਹਾਇਰ ਸਟੈਟਰਮ, ਜਾਂ ਨੌਨ ਐਲੀਟ ਕਹਿ ਲਓ ਜਾਂ ਫਿਰ ਐਲੀਟ ਵਰਗ ਕਹਿ ਲਓ। ਹੇਠਲਾ ਵਰਗ ਉਹ ਜਿਹੜਾ ਇਹਨਾਂ ਚੀਜ਼ਾਂ ਦੇ ਵਿੱਚ ਬਿਲਕੁਲ ਇਨਵੋਲਵ ਨਹੀਂ ਹੁੰਦਾ, ਔਰ ਐਲੀਟ ਵਰਗ ਉਹ ਜਿਹੜੀ ਹਾਇਰ ਸੁਸਾਇਟੀ, ਜਿਹਨੂੰ ਕਹਿੰਦੇ ਨਾ ਹਾਈਫਾਈ ਸੁਸਾਇਟੀ, ਆਪਣੀ ਜਿਹੜੀ ਦੇਸ਼ ਦੀ ਹਾਈਫਾਈ ਸੁਸਾਇਟੀ ਹੈ, ਦੈਟ ਇਜ਼ ਕਾਲਡ ਅ ਐਲੀਟ ਵਰਗ। ਜਿਨ੍ਹਾਂ ਨੂੰ ਇਹ ਫਰਕ ਪੈਂਦਾ ਹੈ ਕਿ ਕਿਹੜੀ ਸਰਕਾਰ ਹੈ, ਜਿਨ੍ਹਾਂ ਨੂੰ ਇਹ ਫਰਕ ਪੈਂਦਾ ਹੈ ਕਿ ਕੌਣ ਸਰਕਾਰ, ਕੌਣ ਐਮਐਲਏ ਹੈ, ਕੌਣ ਐਮਪੀ ਹੈ, ਕੌਣ ਪ੍ਰਾਈਮ ਮਿਨਿਸਟਰ ਹੈ, ਕੌਣ ਚੀਫ ਮਿਨਿਸਟਰ ਹੈ। ਸੋ ਦੈਟ ਇਜ਼ ਕਾਲਡ ਦ ਹਾਇਰ ਸਟੈਟਰਮ। ਗਵਰਨਮੈਂਟ ਐਲੀਟ ਵੀ ਜਿਹੜਾ 2 ਤਰੀਕੇ ਦਾ ਹੁੰਦਾ ਬੇਟਾ, ਸ਼ਾਸਕ ਵਰਗ ਤੇ ਅਸ਼ਾਸਕ ਵਰਗ। ਗਵਰਨਮੈਂਟ ਐਲੀਟ ਤੇ ਨਾਨ ਗਵਰਨਮੈਂਟ ਐਲੀਟ। ਗਵਰਨਮੈਂਟ ਐਲੀਟ ਦੇ ਵਿੱਚ ਬੇਟਾ ਗਵਰਨਿੰਗ ਐਲੀਟਸ ਜਿਹੜੇ ਹੈਗੇ ਨੇ ਉਹ 2 ਤਰ੍ਹਾਂ ਦੇ ਹੁੰਦੇ ਨੇ, ਜਿਨ੍ਹਾਂ ਨੂੰ ਫੌਕਸਿਸ ਕਿਹਾ ਜਾਂਦਾ ਹੈ ਔਰ ਲਾਇਨਸ ਕਿਹਾ ਜਾਂਦਾ ਹੈ। ਲੂੰਬੜ ਜਾਂ ਫਿਰ ਸ਼ੇਰ। ਸ਼ੇਰ ਉਹ ਹੁੰਦੇ ਨੇ ਬੇਟਾ, ਲਾਇਨਸ ਜਿਹੜੇ ਹੈਗੇ ਉਹਨਾਂ ਲੋਕਾਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਵਾਕਈ ਪਾਵਰ ਹੁੰਦੀ ਹੈ, ਜੋ ਆਪਣੇ ਜਿਹੜੇ ਹੈਗੇ ਤਜਰਬੇ ਦੇ ਨਾਲ ਪਾਵਰ ਨੂੰ ਗੇਨ ਕਰਦੇ ਨੇ। ਨਾਓ ਅਦਰ ਇਜ਼ ਦਾ ਫੌਕਸਿਸ। ਫੌਕਸਿਸ ਜਿਹੜੇ ਹੈਗੇ ਨੇ, ਜਿਹੜੇ ਇਲੀਗਲ ਵੇ ਦੇ ਨਾਲ ਪਾਵਰ ਨੂੰ ਹਥਿਆਉਂਦੇ ਨੇ ਜਾਂ ਪਾਵਰ ਨੂੰ ਜਿਹੜਾ ਹੈਗਾ ਆਪਣੇ ਹੱਥਾਂ ਦੇ ਵਿੱਚ ਲੈਣ ਦਾ ਯਤਨ ਕਰਦੇ ਨੇ। ਸੋ ਐਲੀਟ ਵਰਗ ਦੀਆਂ ਵਿਸ਼ੇਸ਼ਤਾਵਾਂ। ਨੰਬਰ 1 ਸਮੌਲ ਇਨ ਨੰਬਰ। ਜਿਹੜਾ ਐਲੀਟ ਵਰਗ ਹੁੰਦਾ ਬੇਟਾ ਉਹ ਗਿਣਤੀ ਦੇ ਵਿੱਚ ਛੋਟਾ ਹੁੰਦਾ ਹੈ। ਠੀਕ ਹੈ, ਬਹੁਤ ਵੱਡੀ ਗਿਣਤੀ ਤਾਂ ਨਹੀਂ ਹੁੰਦਾ। ਹਰ ਸਮਾਜ ਦੇ ਵਿੱਚ, ਹਰ ਰਾਜ ਦੇ ਵਿੱਚ ਇੱਕ ਅਤਿਅੰਤ ਛੋਟਾ ਵਿਸ਼ਿਸ਼ਟ ਵਰਗ ਹੁੰਦਾ ਹੈ, ਜਿਸ ਵਿੱਚ ਅਸੈਨਿਕ ਅਤੇ ਸੈਨਿਕ ਅਧਿਕਾਰੀ, ਜਿਸ ਦੇ ਵਿੱਚ ਧਾਰਮਿਕ ਨੇਤਾ, ਉਦਯੋਗਪਤੀ, ਰਾਜਨੀਤਿਕ ਜਗਤ ਦੇ ਕੁਝ ਉੱਗੇ ਹੋਏ ਵਿਅਕਤੀ ਸ਼ਾਮਿਲ ਹੁੰਦੇ ਨੇ। ਭਾਵੇਂ ਹੀ ਵਿਸ਼ਿਸ਼ਟ ਵਰਗ ਗਿਣਤੀ ਦੇ ਵਿੱਚ ਛੋਟਾ ਹੁੰਦਾ ਹੈ, ਲੇਕਿਨ ਇਹਨਾਂ ਦਾ ਇਨਫਲੂਐਂਸ ਜਾਂ ਪ੍ਰਭਾਵ ਜਿਹੜਾ ਹੈਗਾ ਉਹ ਵੱਧ ਹੁੰਦਾ ਹੈ। ਠੀਕ ਹੈ, ਉਸ ਤੋਂ ਬਾਅਦ ਹੁੰਦਾ ਹੈ ਆਰਗੇਨਾਈਜ਼ਡ। ਦੇ ਆਰ ਵੈਲ ਆਰਗੇਨਾਈਜ਼ਡ, ਸੰਗਠਿਤ ਹੁੰਦੇ ਨੇ। ਇਹ ਵਿਸ਼ਿਸ਼ਟ ਵਰਗ ਸੰਗਠਿਤ ਹੁੰਦਾ ਹੈ ਅਤੇ ਇਸ ਦੇ ਮੈਂਬਰ ਇੱਕ ਦੂਜੇ ਦੇ ਹਿੱਤਾਂ ਦੇ ਅਧਿਕਾਰਾਂ ਦੀ ਰਾਖੀ ਕਰਦੇ ਨੇ। ਅਗਲਾ ਹੈ ਜੀ ਓਪਨ ਐਂਟਰੀ, ਖੁੱਲ੍ਹਾ ਦਾਖਲਾ ਹੁੰਦਾ ਹੈ। ਇਸ ਵਿਸ਼ਿਸ਼ਟ ਵਰਗ ਦੇ ਵਿੱਚ ਕੋਈ ਵੀ ਸ਼ਾਮਿਲ ਹੋ ਸਕਦਾ ਹੈ। ਠੀਕ ਹੈ, ਇਹਦੇ ਵਿੱਚ ਕੋਈ ਟਰਮਸ ਐਂਡ ਕੰਡੀਸ਼ਨਸ ਨਹੀਂ ਹੁੰਦੇ।
ਰਾਜਨੀਤਿਕ ਸ਼ਕਤੀ ਦਾ ਏਕਾਧਿਕਾਰ, ਮੋਨੋਪਲੀ ਓਵਰ ਦੀ ਪੋਲੀਟੀਕਲ ਪਾਵਰ। ਇਹਨਾਂ ਦਾ ਇੱਕੋ ਇੱਕ ਮੇਨ ਮੋਟੋ ਹੁੰਦਾ ਹੈ ਕਿ ਜਿਹੜੀ ਪੋਲੀਟੀਕਲ ਪਾਰਟੀਜ਼ ਨੇ ਉਹਨਾਂ ਦੇ ਉੱਤੇ ਆਪਣੀ ਮੋਨੋਪਲੀ ਹਾਸਿਲ ਕਰਨਾ, ਯਾਨੀ ਕਿ ਏਕਾਧਿਕਾਰ ਹਾਸਿਲ ਕਰਨਾ। ਵੱਖ-ਵੱਖ ਵਿਸ਼ਿਸ਼ਟ ਵਰਗਾਂ ਵਿਚਕਾਰ ਖੁੱਲ੍ਹਾ ਮੁਕਾਬਲਾ ਚੱਲਦਾ ਹੈ, ਓਪਨ ਕੰਪੀਟੀਸ਼ਨ ਹੁੰਦਾ ਹੈ। ਵੱਖ-ਵੱਖ ਵਿਸ਼ਿਸ਼ਟ ਵਰਗ ਹੁੰਦੇ ਨੇ, ਕੋਈ ਇੰਡਸਟਰੀਲਿਸਟ ਹੈ, ਕੋਈ ਬਾਲੀਵੁੱਡ ਐਕਟਰੈਸ ਹੈ, ਕੋਈ ਧਾਰਮਿਕ ਨੇਤਾ ਹੈ। ਸੋ ਇਹਨਾਂ ਦੇ ਵਿੱਚ ਜਿਹੜਾ ਹੈਗਾ ਉਹ ਆਪਣਾ ਮੁਕਾਬਲਾ, ਓਪਨ ਕੰਪੀਟੀਸ਼ਨ ਚੱਲਦਾ ਰਹਿੰਦਾ ਹੈ। ਕੌਨਸ਼ੀਅਸਨੈਸ ਆਫ ਦੇਅਰ ਇੰਟਰਸਟ, ਆਪਣੇ ਹਿੱਤਾਂ ਦੇ ਪ੍ਰਤੀ ਜਾਗਰੂਕ ਹੁੰਦੇ ਨੇ, ਆਪਣੇ ਹਿੱਤਾਂ ਦੇ ਪ੍ਰਤੀ ਪੋਲੀਟਿਕਸ ਨੂੰ ਜਾਂ ਪੋਲੀਟੀਕਲ ਪਾਰਟੀਜ਼ ਨੂੰ ਹਮੇਸ਼ਾ ਹੀ ਇਹ ਇਨਡਾਇਰੈਕਟ ਔਰ ਡਾਇਰੈਕਟ ਤਰੀਕੇ ਦੇ ਨਾਲ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕਰਦੇ ਨੇ। ਉਸ ਤੋਂ ਬਾਅਦ ਹੈਗੇ ਨੇ ਨਿਰੰਕੁਸ਼ਤਾ ਦੀ ਅਣਹੋਂਦ ਹੁੰਦੀ, ਐਬਸੈਂਸ ਆਫ ਦ ਐਬਸੋਲੂਟਲਿਜ਼ਮ, ਮੀਨਸ ਲੋਕਤੰਤਰ ਵਿੱਚ ਵਿਸ਼ਿਸ਼ਟ ਵਰਗ ਨਿਰੰਕੁਸ਼ ਸ਼ਕਤੀਆਂ ਦਾ ਪ੍ਰਯੋਗ ਨਹੀਂ ਕਰਦਾ ਕਿਉਂਕਿ ਉਸ ਨੂੰ ਭਵਿੱਖ ਵਿੱਚ ਹੋਣ ਵਾਲੀਆਂ ਚੋਣਾਂ ਨੂੰ ਸਦਾ ਹੀ ਧਿਆਨ ਦੇ ਵਿੱਚ ਰਹਿ ਕੇ ਚੱਲਣਾ ਪੈਂਦਾ ਹੈ। ਮਤਲਬ ਇਹਨਾਂ ਦੀ ਪਾਵਰ ਦੇ ਉੱਤੇ ਹਰ ਤਰ੍ਹਾਂ ਦੀ ਕਿਸੇ ਨਾ ਕਿਸੇ ਤਰ੍ਹਾਂ ਦੀਆਂ ਲਿਮਿਟੇਸ਼ਨਸ ਜਿਹੜੀਆਂ ਹੈਗੀਆਂ ਉਹ ਲੱਗੀਆਂ ਹੁੰਦੀਆਂ ਨੇ। ਠੀਕ ਹੈ ਜੀ। ਉਸ ਤੋਂ ਬਾਅਦ ਆਉਂਦਾ ਹੈ ਬੇਟਾ, ਇਸ ਤੋਂ ਬਾਅਦ ਆਉਂਦਾ ਹੈ ਐਕਸਪਲੇਨੇਸ਼ਨ ਆਫ ਦੀ ਐਲੀਟ ਥਿਊਰੀ, ਵਿਸ਼ਿਸ਼ਟ ਵਰਗ ਦੇ ਸਿਧਾਂਤ ਦੀ ਵਿਆਖਿਆ। ਹਰ ਸਮਾਜ ਵਿੱਚ ਰਾਜਨੀਤਿਕ ਵਿਸ਼ਿਸ਼ਟ ਵਰਗ ਦੀ ਅਟਲਤਾ ਮੀਨਸ ਹੁੰਦਾ ਹੀ ਹੁੰਦਾ ਹੈ। ਠੀਕ ਹੈ, ਚਾਹੇ ਉਹ ਕੋਈ ਪੋਲੀਟੀਕਲ ਪਾਰਟੀ ਕਿਹੋ ਜਿਹੀ ਮਰਜ਼ੀ ਹੋਵੇ ਕਿ ਉਹਦੇ ਵਿੱਚ ਵਿਸ਼ਿਸ਼ਟ ਵਰਗ ਜਿਹੜਾ ਹੈਗਾ ਉਹ ਹੁੰਦਾ ਹੀ ਹੁੰਦਾ ਹੈ। ਹਰ ਸਮਾਜ ਵਿੱਚ ਦੋ ਵਰਗ ਹੁੰਦੇ ਨੇ, ਕਿਹੜੇ ਕਿਹੜੇ ਬੇਟਾ? ਪਿਛਲੇ ਵਾਰ ਆਪਾਂ ਦੇਖਿਆ ਹੇਠਲਾ ਤੇ ਉੱਪਰਲਾ ਵਰਗ। ਜਿਹੜਾ ਉੱਪਰਲਾ ਵਰਗ ਹੈ ਦੈਟ ਇਜ਼ ਕਾਲਡ ਦਾ ਐਲੀਟ ਵਰਗ, ਜਿਹਦੇ ਵਿੱਚ ਵੱਡੇ ਵੱਡੇ ਇੰਡਸਟਰੀਲਿਸਟ ਤੇ ਵੱਡੇ ਵੱਡੇ ਨੇਤਾ ਜਿਹੜੇ ਹੈਗੇ ਨੇ ਉਹ ਸ਼ਾਮਿਲ ਹੁੰਦੇ ਨੇ। ਅਲਪ ਮਤ ਦਾ ਲੋਹਮੀਨੀਅਮ ਮੀਨਸ ਆਇਰਨ ਪਾਲਿਸੀ ਆਫ ਐਲੀਗੋਕ੍ਰੇਸੀ। ਰੋਬਰਟ ਮਿਚਲ ਦੇ ਅਨੁਸਾਰ ਵਿਸ਼ਿਸ਼ਟ ਵਰਗ ਦੇ ਸਿਧਾਂਤ ਨੂੰ ਨਵੀਂ ਦਿਸ਼ਾ ਦਿੰਦਿਆਂ ਹੋਇਆਂ ਅਲਪ ਮਤ ਦੇ ਲੌਹ ਨਿਯਮ ਦੇ ਅਨੁਸਾਰ ਜਾਣਿਆ ਜਾਂਦਾ ਹੈ। ਉਹਨਾਂ ਦਾ ਵਿਚਾਰ ਹੈ ਕਿ ਹਰ ਸਮਾਜ ਵਿੱਚ ਬਹੁਮਤ ਵਰਗ ਦਾ ਸਦਾ ਸੁਸਤ, ਯਕੀਨ ਅਤੇ ਅਯੋਗ ਹੁੰਦਾ ਹੈ ਅਤੇ ਉਸ ਵਿੱਚ ਸ਼ਾਸਨ ਕਰਨ ਦੀ ਕੋਈ ਵੀ ਯੋਗਤਾ ਨਹੀਂ ਹੁੰਦੀ। ਆਮ ਵਰਗ ਦੀ ਇਸ ਯੋਗਤਾ ਦਾ ਵਿਸ਼ਿਸ਼ਟ ਵਰਗ ਲਾਭ ਉਠਾਉਂਦੇ ਨੇ ਔਰ ਸ਼ਾਸਨ ਉੱਤੇ ਏਕਾਧਿਕਾਰ ਸਥਾਪਿਤ ਕਰ ਲੈਂਦੇ ਨੇ। ਯਾਨੀ ਕਿ ਜਿਹੜਾ ਆਮ ਆਦਮੀ ਹੁੰਦਾ ਹੈ ਉਸਦੀ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਇੰਟਰਸਟ ਨਹੀਂ ਹੁੰਦਾ ਪੋਲੀਟਿਕਸ ਦੇ ਵੱਲ, ਔਰ ਜਿਹੜੇ ਐਲੀਟ ਵਰਗ ਹੁੰਦੇ ਨੇ ਉਹਨਾਂ ਦੀ ਇਸ ਮਜਬੂਰੀ ਦਾ ਨਜਾਇਜ਼ ਫਾਇਦਾ ਚੱਕਦੇ ਨੇ ਔਰ ਆਪਣਾ ਪੋਲੀਟਿਕਸ ਦੇ ਉੱਤੇ ਆਪਣਾ ਜਿਹੜਾ ਹੈਗਾ ਉਹ ਡਾਇਰੈਕਟ ਔਰ ਇਨਡਾਇਰੈਕਟ ਤਰੀਕੇ ਨਾਲ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕਰਦੇ ਨੇ। ਉਸ ਤੋਂ ਬਾਅਦ ਫੋਰਥ ਪੁਆਇੰਟ ਆਉਂਦਾ ਹੈ ਬੇਟਾ ਆਪਣਾ ਨੀਤੀ ਨਿਯਮਾਂ ਦੀ ਨਿਯੁਕਤੀਆਂ ਅਤੇ ਉਹਨਾਂ ਨੂੰ ਅਹੁਦੇ ਤੋਂ ਹਟਾਉਣ ਦੇ ਲਈ ਲੋਕਤੰਤਰਿਕ ਵਿਧੀ ਅਪਣਾਉਂਦੇ ਨੇ। ਠੀਕ ਹੈ, ਵਿਸ਼ਿਸ਼ਟ ਵਰਗ ਦੀ ਬਹੁਲਤਾ, ਵਿਸ਼ਿਸ਼ਟ ਵਰਗ ਬਹੁਤ ਪਲੂਰਿਟੀ ਹੈ ਇਹਦੀ। ਠੀਕ ਹੈ, ਬਹੁਲਤਾ ਮੀਨਸ ਹੁੰਦਾ ਹੈ ਕਿ ਅਨੇਕਾਂ ਵਿਸ਼ਿਸ਼ਟ ਵਰਗ ਸ਼ਾਸਨ ਸੱਤਾ ਅਤੇ ਆਪਣੇ ਅਧਿਕਾਰ ਜਮਾਉਣ ਦੇ ਲਈ ਯਤਨਸ਼ੀਲ ਰਹਿੰਦੇ ਨੇ। ਮੀਨਸ ਹਮੇਸ਼ਾ ਕੋਈ ਨਾ ਕੋਈ ਮੁਕਾਬਲਾ ਜਿਹੜਾ ਹੈਗਾ ਇਹਨਾਂ ਦੇ ਵਿਚਕਾਰ ਚੱਲਦਾ ਰਹਿੰਦਾ ਹੈ। ਲੋਕਤੰਤਰ ਲਈ ਅਗਵਾਈ ਜ਼ਰੂਰੀ ਹੈ, ਲੀਡਰਸ਼ਿਪ ਇਜ਼ ਦ ਨੈਸੈਸਰੀ ਫॉर ਦ ਡੈਮੋਕ੍ਰੇਸੀ। ਵਿਸ਼ਿਸ਼ਟ ਵਰਗ ਇਹ ਕਹਿੰਦਾ ਹੈ ਕਿ ਲੋਕਤੰਤਰ ਦੀ ਸਫਲਤਾ ਦੇ ਲਈ ਇੱਕ ਚੰਗਾ ਲੀਡਰ ਜਿਹੜਾ ਹੈਗਾ ਉਹ ਬਹੁਤ ਜ਼ਰੂਰੀ ਹੈ। ਅਦਰਵਾਈਜ਼ ਲੋਕਤੰਤਰ ਜਿਹੜਾ ਹੈਗਾ ਉਹ ਕਿਸੇ ਕੰਮ ਦਾ ਨਹੀਂ ਹੁੰਦਾ। ਲੋਕਾਂ ਦੀ ਅਤੇ ਲੋਕਾਂ ਦੁਆਰਾ ਸਰਕਾਰ ਇੱਕ ਕਲਪਨਾ ਹੀ ਹੈ। ਲੋਕਾਂ ਦੀ ਸਰਕਾਰ, ਲੋਕਾਂ ਦੁਆਰਾ ਸਰਕਾਰ ਜਾਂ ਲੋਕਾਂ ਦੇ ਵਿੱਚੋਂ ਸਰਕਾਰ ਸਿਰਫ ਔਰ ਸਿਰਫ ਇੱਕ ਮਿਥ ਹੈ, ਕਿਉਂਕਿ ਲੋਕਤੰਤਰ ਦੇ ਵਿੱਚ ਜਿਹੜੀ ਸ਼ਕਤੀ ਹੈ ਉਹ ਕੁਝ ਕੁ ਲੋਕਾਂ ਦੇ ਹੱਥ ਦੇ ਵਿੱਚ ਹੁੰਦੀ ਹੈ ਔਰ ਕੁਝ ਲੋਕ ਹੀ ਇਸ ਨੂੰ ਪਰਫਾਰਮ ਕਰਦੇ ਨੇ। ਉਸ ਤੋਂ ਬਾਅਦ ਹੈ ਲੋਕਤੰਤਰ ਵਿੱਚ ਚੋਣਾਂ, ਵਿਸ਼ਿਸ਼ਟ ਵਰਗ ਦੀਆਂ ਚੋਣਾਂ ਹੁੰਦੀਆਂ ਨੇ ਔਰ ਜਿਹੜੀਆਂ ਚੋਣਾਂ ਨੇ ਲੋਕਤੰਤਰ ਦੇ ਵਿੱਚ ਹੁੰਦੀਆਂ ਨੇ ਉਹ ਗਰੀਬ ਆਦਮੀ ਦੀਆਂ ਚੋਣਾਂ ਨਹੀਂ ਹੁੰਦੀਆਂ ਬਲਕਿ ਵਿਸ਼ਿਸ਼ਟ ਵਰਗ ਦੀਆਂ ਚੋਣਾਂ ਹੁੰਦੀਆਂ, ਇੰਡਸਟਰੀਲਿਸਟ ਦੀਆਂ ਚੋਣਾਂ ਹੁੰਦੀਆਂ, ਕਿਉਂਕਿ ਬਹੁਤ ਸਾਰੇ ਇੰਡਸਟਰੀਲਿਸਟ, ਬਾਲੀਵੁੱਡ ਐਕਟਰਸ, ਧਾਰਮਿਕ ਨੇਤਾ ਨੇ ਪੈਸਾ ਲਗਾਇਆ ਹੁੰਦਾ, ਪੈਸਾ ਦਿੱਤਾ ਹੁੰਦਾ ਪਾਰਟੀਜ਼ ਨੂੰ ਔਰ ਉਹ ਪਾਰਟੀਜ਼ ਜਿਹੜੀਆਂ ਹੈਗੀਆਂ ਉਹ ਅੱਗੇ ਚੱਲ ਕੇ ਅਗਰ ਸਰਕਾਰ ਬਣਦੀ ਹੈ ਤਾਂ ਕੁਆਇਟ ਓਬਵੀਅਸ ਉਹਨਾਂ ਦਾ ਫਾਇਦਾ ਹੁੰਦਾ ਹੈ। ਤੁਸੀਂ ਮੂਵੀਜ਼ ਦੇ ਵਿੱਚ ਬੇਟਾ ਬਹੁਤ ਵਾਰ ਦੇਖਿਆ ਹੋਏਗਾ ਇਹ ਕਿ ਜਿਹੜੇ ਬਾਲੀਵੁੱਡ ਨੇਤਾ ਜਾਂ ਜਿਹੜੇ ਕਹਿ ਲਓ ਧਾਰਮਿਕ ਨੇਤਾ ਜਾਂ ਜਿਹੜੇ ਇੰਡਸਟਰੀਲਿਸਟ ਨੇ ਉਹ ਪੋਲੀਟਿਕਸ ਦੇ ਵਿੱਚ ਬਹੁਤ ਇੰਟਰਸਟ ਰੱਖਦੇ ਨੇ ਅਤੇ ਡਾਇਰੈਕਟ ਔਰ ਇਨਡਾਇਰੈਕਟ ਤਰੀਕੇ ਦੇ ਨਾਲ ਪੋਲੀਟਿਕਸ ਦੇ ਵਿੱਚ ਮਦਦ ਕਰਦੇ ਨੇ। ਉਹ ਇਸ ਕਰਕੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਉਹਨਾਂ ਦੀ ਬਣਾਈ ਹੋਈ ਸਰਕਾਰ ਅੱਗੇ ਜਾਂਦੀ ਹੈ ਤਾਂ ਉਹ ਸਰਕਾਰ ਜਿਹੜੀ ਹੈਗੀ ਹੈ ਉਹ ਉਹਨਾਂ ਦੇ ਲਈ ਫਾਇਦੇਮੰਦ ਹੋਏਗੀ। ਉਸ ਤੋਂ ਬਾਅਦ ਹੈ ਵਿਸ਼ਿਸ਼ਟ ਵਰਗ ਦਾ ਚੱਲਦਾ ਚੱਕਰ, ਸਰਕੂਲਰ ਆਫ ਦੀ ਐਲੀਟਸ। ਪ੍ਰਸਿੱਧ ਸਮਾਜਿਕ ਸ਼ਾਸਤਰੀ ਮੋਸਕੋ ਦੇ ਅਨੁਸਾਰ ਵਿਸ਼ਿਸ਼ਟ ਵਰਗ ਵਿੱਚ ਪਰਿਵਰਤਨ ਹੁੰਦੇ ਰਹਿੰਦੇ ਨੇ। ਮੀਨਸ ਇਹਨਾਂ ਦੇ ਵਿੱਚ ਓਪਨ ਐਂਟਰੀ ਹੁੰਦੀ ਨਹੀਂ, ਸਮੇਂ ਸਮੇਂ 'ਤੇ ਨਵੇਂ ਵਿਅਕਤੀ ਜਿਹੜੇ ਹੈਗੇ ਨੇ ਯੋਗਤਾ ਦੇ ਅਨੁਸਾਰ ਇੰਟਰ ਔਰ ਐਗਜ਼ਿਟ ਜਿਹੜੀ ਹੈਗੀ ਹੈ ਉਹਨਾਂ ਦੀ ਹੁੰਦੀ ਰਹਿੰਦੀ ਹੈ। ਆਮ ਜਨਤਾ ਦੀ ਸਰਕਾਰ ਨਾਲੋਂ ਨਿਪੁੰਨਾਂ ਦੀ ਸਰਕਾਰ ਦੇ ਵਿੱਚ ਵਿਸ਼ਵਾਸ ਦੇਖਿਆ ਜਾਂਦਾ ਹੈ। ਐਲੀਟ ਵਰਗ ਜਿਹੜਾ ਹੈਗਾ ਉਹ ਇਹ ਕਹਿੰਦੇ ਨੇ ਕਿ ਆਮ ਲੋਕਾਂ ਦੇ ਨਾਲੋਂ ਵੀ ਜਿਹੜੇ ਆਮ ਜਨਤਾ ਹੈ ਉਹਨਾਂ ਦੇ ਨਾਲੋਂ ਇਹੋ ਜਿਹੇ ਲੋਕਾਂ ਦੀ ਸਰਕਾਰ ਹੋਣੀ ਚਾਹੀਦੀ ਹੈ ਜੋ ਬਿਲਕੁਲ ਨਿਪੁੰਨ ਹੋਣ ਔਰ ਜੋ ਬਿਲਕੁਲ ਆਪਣੇ ਕੰਮ ਦੇ ਵਿੱਚ ਬਿਲਕੁਲ ਪਰਫੈਕਟ ਹੋਣ। ਵਿਚਾਰਧਾਰਾ ਨੂੰ ਵਿਸ਼ੇਸ਼ ਮਹੱਤਵ ਨਹੀਂ ਦਿੱਤਾ ਜਾਂਦਾ। ਐਲੀਟ ਥਿਊਰੀ ਜਿਹੜੀ ਹੈਗੀ ਆ ਉਹ ਕਿਸੇ ਵੀ ਤਰ੍ਹਾਂ ਦੀ ਮੋਰਲ ਵੈਲਿਊ, ਐਥਿਕਸ ਵੈਲਿਊ ਨੂੰ ਕੋਈ ਇੰਪੋਰਟੈਂਸ ਨਹੀਂ ਦਿੰਦੀ। ਠੀਕ ਹੈ,
ਇਹ ਰੀਅਲਿਜ਼ਮ 'ਤੇ ਜ਼ਿਆਦਾ ਬਿਲੀਵ ਜਿਹੜੀ ਹੈਗੀ ਉਹ ਕਰਦੀ ਹੈ। ਅਸਮਾਨਤਾ ਨੂੰ ਮਾਨਤਾ ਦਿੱਤੀ ਜਾਂਦੀ ਹੈ। ਰਿਕੋਗਨਾਈਜੇਸ਼ਨਸ ਆਫ ਦ ਇਨਇਕੁਐਲਿਟੀ, ਪਰੰਪਰਾਵਾਦੀ ਲੋਕਤੰਤਰ ਦੇ ਸਮਰਥਕ ਰਾਜਨੀਤਿਕ ਸਮਾਨਤਾ ਨੂੰ ਲੋਕਤੰਤਰ ਦੀ ਮਹੱਤਵਪੂਰਨ ਵਿਸ਼ੇਸ਼ਤਾ ਸਵੀਕਾਰ ਕਰਦੇ ਹਨ, ਜਦਕਿ ਇਸ ਦੇ ਉਲਟ ਲੋਕਤੰਤਰ ਦਾ ਵਿਸ਼ਿਸ਼ਟ ਵਰਗ ਇਹ ਕਹਿੰਦਾ ਹੈ ਕਿ ਰਾਜਨੀਤਿਕ ਸਮਾਨਤਾ ਦੇ ਵਿਚਾਰ ਦਾ ਖੰਡਨ ਕਰਦਾ ਹੈ। ਉਹਨਾਂ ਨੂੰ ਇਹ ਲੱਗਦਾ ਹੈ ਕਿ ਜਿਹੜੇ ਲੋਕਤੰਤਰ ਦੇ ਵਿੱਚ ਨੇਤਾ ਹੁੰਦੇ ਨੇ ਦੇ ਆਰ ਨਾਟ ਆਲ ਇਕੁਅਲ, ਸਭ ਇਕੁਅਲ ਨਹੀਂ ਹੁੰਦੇ। ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਕਿਸੇ ਨਾ ਕਿਸੇ ਵਜ੍ਹਾ ਦੇ ਨਾਲ ਹਰ ਇੱਕ ਨੇਤਾ ਜਿਹੜਾ ਹੈਗਾ ਉਹ ਦੂਸਰੇ ਨਾਲੋਂ ਵੱਖਰਾ ਹੁੰਦਾ ਹੈ। ਸੋ ਲੋਕਤੰਤਰ ਕੁਆਲਿਟੀਜ਼ ਆਫ ਦੀ ਐਲੀਟਸ, ਇਹਨੂੰ ਤੁਸੀਂ ਬੇਟਾ ਪੁਆਇੰਟਸ ਦੇ ਵਿੱਚ ਲਿਖਣਾ ਹੈ। ਕੁਆਲਿਟੀਜ਼ ਆਫ ਦੀ ਐਲੀਟਸ, ਨੰਬਰ 1, ਵਿਸ਼ਿਸ਼ਟ ਵਰਗ ਦਾ ਲੋਕਤੰਤਰੀ ਕਦਰਾਂ ਕੀਮਤਾਂ ਅਤੇ ਪ੍ਰਕਿਰਿਆਵਾਂ ਦੇ ਵਿੱਚ ਵਿਸ਼ਵਾਸ ਹੋਣਾ ਚਾਹੀਦਾ ਹੈ। ਠੀਕ ਹੈ। ਵਿਸ਼ਿਸ਼ਟ ਵਿਅਕਤੀ ਜਿਹੜਾ ਹੈਗਾ ਉਹ ਸਮਾਜ ਦੇ ਹਰ ਵਰਗ ਦੀ ਪ੍ਰਧਾਨਤਾ ਕਰਦਾ ਹੋਣਾ ਚਾਹੀਦਾ ਹੈ। ਵਿਸ਼ਿਸ਼ਟ ਵਰਗ ਤਜਰਬੇਕਾਰ, ਯੋਗ ਅਤੇ ਸਿਆਣਾ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ ਹੈ ਜੀ ਵਿਸ਼ਿਸ਼ਟ ਵਰਗ ਜਿਹੜਾ ਹੈਗਾ ਉਹ ਆਪਣੇ ਆਪ ਨੂੰ ਲੋਕਾਂ ਤੋਂ ਵੱਖ ਨਹੀਂ ਰੱਖਣਾ ਚਾਹੀਦਾ। ਵਿਸ਼ਿਸ਼ਟ ਵਰਗ ਦੀ ਬਹੁਲਤਾ, ਪਲੂਰਿਟੀ ਹੋਣੀ ਚਾਹੀਦੀ ਹੈ। ਵਿਸ਼ਿਸ਼ਟ ਵਰਗ ਦੇ ਵਿੱਚ ਦਾਖਲਾ ਖੁੱਲ੍ਹਾ ਹੋਣਾ ਚਾਹੀਦਾ ਹੈ ਅਤੇ ਵਿਸ਼ਿਸ਼ਟ ਵਰਗ ਦੇ ਵਿੱਚ ਸੰਘਰਸ਼ ਜਿਹੜਾ ਹੈਗਾ ਉਹ ਰਾਜਨੀਤੀ ਦੇ ਲਈ ਨਹੀਂ ਲੱਗੋ, ਸਗੋਂ ਕਿ ਲੋਕਾਂ ਦੇ ਕਲਿਆਣ ਦੇ ਲਈ ਹੋਣਾ ਚਾਹੀਦਾ ਹੈ। ਸੋ ਬੇਟਾ ਇਸ ਤੋਂ ਬਾਅਦ ਹੈ ਕ੍ਰਿਟਿਸਿਜ਼ਮ ਆਫ ਦ ਐਲੀਟਸ ਥਿਓਰੀ, ਇਹ ਆਪਾਂ ਕੱਲ੍ਹ ਕਰਾਂਗੇ। ਠੀਕ ਹੈ, ਅੱਜ ਤੁਸੀਂ ਸਿਰਫ ਇੰਨਾ ਹੀ ਕਰਨਾ। ਓਕੇ।